ਅਸੀਂ ਸ਼ੁਰੂ ਕਰਾਂਗੇ ਹੁਣ ਦੂਸਰਾ ਭਾਵ, ਕੂਚ ਦਾ ਦੂਸਰਾ ਭਾਵ, उसकी 11 आयत तो लैके और असी जिसनों मिल जाए 11 आयत तो लैके 25 आयत तक पहला पढ़ा। मैं पढ़ती हूं फर्स्ट जी। ਹੁਣ ਮੂਸਾ ਜਵਾਨ ਹੋ ਗਿਆ ਸੀ। ਇੱਕ ਦਿਨ ਉਹ ਆਪਣੇ ਲੋਕਾਂ ਤੋਂ ਹੁੰਦੀ ਵਗਾਰ ਨੂੰ ਦੇਖਣ ਗਿਆ। ਉੱਥੇ ਉਸਨੇ ਇੱਕ ਇਬਰਾਨੀ ਨੂੰ ਇੱਕ ਮਿਸਰੀ ਤੋਂ ਮਾਰ ਖਾਂਦੇ ਦੇਖਿਆ। ਉਸਨੇ ਤੁਰੰਤ ਚਾਰੇ ਪਾਸੇ ਦੇਖਿਆ ਅਤੇ ਉਸ ਮਿਸਰੀ ਨੂੰ ਮਾਰ ਕੇ ਰੇਤ ਵਿੱਚ ਲੁਕਾ ਦਿੱਤਾ। ਫਿਰ ਜਦੋਂ ਉਹ ਅਗਲੇ ਦਿਨ ਆਪਣੇ ਇਬਰਾਨੀ ਭਰਾਵਾਂ ਨੂੰ ਦੇਖਣ ਗਿਆ ਤਾਂ ਉਸਨੇ ਉਹਨਾਂ ਵਿੱਚੋਂ ਦੋ ਨੂੰ ਆਪੋ ਵਿੱਚ ਲੜਦੇ ਦੇਖਿਆ। ਉਸਨੇ ਉਹਨਾਂ ਵਿੱਚੋਂ ਇੱਕ ਨੂੰ ਜੋ ਦੂਜੇ ਨੂੰ ਮਾਰ ਰਿਹਾ ਸੀ ਕਿਹਾ, ਤੂੰ ਆਪਣੇ ਭਰਾ ਨੂੰ ਕਿਉਂ ਮਾਰ ਰਿਹਾ ਹੈ? ਪਰ ਉਸ ਆਦਮੀ ਨੇ ਉੱਤਰ ਦਿੱਤਾ, ਤੈਨੂੰ ਕਿਸ ਨੇ ਸਾਡਾ ਰਾਜਾ ਜਾਂ ਜੱਜ ਥਾਪਿਆ ਹੈ? ਕੀ ਤੂੰ ਮੈਨੂੰ ਕੱਲ ਵਾਲੀ ਮਿਸਰੀ ਦੀ ਤਰ੍ਹਾਂ ਮਾਰ ਦੇਵੇਂਗਾ? ਇਹ ਸੁਣ ਕੇ ਮੂਸਾ ਡਰ ਗਿਆ ਤੇ ਸੋਚਣ ਲੱਗਾ, ਸੋ ਇਸ ਗੱਲ ਦਾ ਪਤਾ ਸਭ ਨੂੰ ਲੱਗ ਗਿਆ ਹੈ। ਜਦੋਂ ਰਾਜਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਮੂਸਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਲਈ ਮੂਸਾ ਉੱਥੋਂ ਨੱਠ ਕੇ ਮਦਿਆਨ ਦੇਸ਼ ਵਿੱਚ ਰਹਿਣ ਲੱਗਾ। ਇੱਕ ਦਿਨ ਉਹ ਉੱਥੇ ਇੱਕ ਖੂਹ ਦੇ ਲਾਗੇ ਬੈਠਾ ਹੋਇਆ ਸੀ ਕਿ ਮਦਿਆਨ ਦੇ ਪੁਜਾਰੀ ਦੀਆਂ 7 ਧੀਆਂ ਆਪਣੇ ਪਿਤਾ ਦੀਆਂ ਭੇਡਾਂ ਨੂੰ ਪਾਣੀ ਪਿਲਾਉਣ ਦੇ ਲਈ ਉੱਥੇ ਆਈਆਂ, ਪਰ ਕੁਝ ਦੂਜੇ ਚਰਵਾਇਆਂ ਨੇ ਆ ਕੇ ਉਹਨਾਂ ਨੂੰ ਪਿੱਛੇ ਕਰ ਦਿੱਤਾ। ਮੂਸਾ ਨੇ ਇਹ ਹੁੰਦਾ ਦੇਖਿਆ ਤਾਂ ਉਸਨੇ ਅੱਗੇ ਹੋ ਕੇ ਪੁਜਾਰੀ ਦੀਆਂ ਧੀਆਂ ਦਾ ਬਚਾਅ ਕੀਤਾ ਤੇ ਉਹਨਾਂ ਦੀਆਂ ਭੇਡਾਂ ਨੂੰ ਪਾਣੀ ਪਿਲਾਇਆ। ਉਸ ਦਿਨ ਉਹ ਆਪਣੇ ਪਿਤਾ ਰਊਏਲ ਕੋਲ ਛੇਤੀ ਹੀ ਵਾਪਸ ਮੁੜ ਗਈਆਂ। ਇਸ ਲਈ ਉਸਨੇ ਪੁੱਛਿਆ, ਅੱਜ ਤੁਸੀਂ ਛੇਤੀ ਕਿਉਂ ਵਾਪਸ ਆ ਗਈਆਂ ਹੋ? ਉਹਨਾਂ ਨੇ ਉੱਤਰ ਦਿੱਤਾ, ਇੱਕ ਮਿਸਰੀ ਨੇ ਸਾਡਾ ਚਰਵਾਹਿਆਂ ਕੋਲੋਂ ਬਚਾਅ ਕੀਤਾ ਅਤੇ ਉਸਨੇ ਹੀ ਸਾਡੀਆਂ ਭੇਡਾਂ ਨੂੰ ਪਾਣੀ ਵੀ ਕੱਢ ਕੇ ਪਿਲਾਇਆ। ਉਹਨਾਂ ਦੇ ਪਿਤਾ ਨੇ ਕਿਹਾ, ਉਹ ਕਿੱਥੇ ਹੈ? ਤੁਸੀਂ ਉਸਨੂੰ ਆਪਣੇ ਨਾਲ ਕਿਉਂ ਨਹੀਂ ਲਿਆਂਦਾ? ਜਾਓ, ਉਸਨੂੰ ਭੋਜਨ ਦੇ ਲਈ ਸੱਦ ਕੇ ਲਿਆਓ। ਮੂਸਾ ਉੱਥੇ ਹੀ ਉਸ ਆਦਮੀ ਕੋਲ ਰਹਿਣ ਲਈ ਰਾਜੀ ਹੋ ਗਿਆ। ਪੁਜਾਰੀ ਨੇ ਆਪਣੀ ਧੀ ਸਪੋਰਾ ਦਾ ਵਿਆਹ ਮੂਸਾ ਨਾਲ ਕਰ ਦਿੱਤਾ। ਸਪੋਰਾ ਤੋਂ ਮੂਸਾ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਉਸਨੇ ਗੇਰਸ਼ੋਮ ਇਹ ਕਹਿ ਕੇ ਰੱਖਿਆ ਕਿ ਮੈਂ ਦੇਸ਼ ਵਿੱਚ ਪਰਦੇਸੀ ਹਾਂ। ਕੁਝ ਸਮੇਂ ਦੇ ਪਿੱਛੋਂ ਮਿਸਰ ਦਾ ਰਾਜਾ ਮਰ ਗਿਆ, ਪਰ ਇਸਰਾਏਲੀ ਅਜੇ ਵੀ ਦੁੱਖ ਅਤੇ ਪੀੜਾਂ ਸਹਿ ਰਹੇ ਸਨ। ਤਦ ਉਹਨਾਂ ਆਪਣੀ ਗੁਲਾਮੀ ਦੀ ਹਾਲਤ ਵਿੱਚ ਪਰਮੇਸ਼ਰ ਅੱਗੇ ਦੁਹਾਈ ਪਾਈ ਅਤੇ ਪਰਮੇਸ਼ਰ ਨੇ ਉਹਨਾਂ ਦੀ ਪੁਕਾਰ ਸੁਣੀ। ਸੋ ਪਰਮੇਸ਼ਰ ਨੇ ਉਹਨਾਂ ਦੀ ਦੁਖੀ ਪੁਕਾਰ ਸੁਣੀ ਅਤੇ ਆਪਣੇ ਅਬਰਾਹਮ, ਇਸਹਾਕ ਅਤੇ ਯਾਕੂਬ ਨਾਲ ਕੀਤੇ ਨੇਮ ਨੂੰ ਵੀ ਯਾਦ ਕੀਤਾ। ਉਹ ਉਹਨਾਂ ਦੀ ਹਾਲਤ ਨੂੰ ਦੇਖ ਕੇ ਦੁਖੀ ਹੋਇਆ। ਆਮੀਨ। ਅਸੀਂ ਹੁਣ ਇੱਥੇ ਪ੍ਰਭੂ ਦੇ ਵਚਨ ਦੇ ਵਿੱਚ ਕੱਲ ਅਸੀਂ ਦੇਖਿਆ ਸੀਗਾ ਕਿ ਮੂਸਾ ਕਿਸ ਤਰ੍ਹਾਂ ਮਦਿਆਨ ਦੇ ਵਿੱਚ ਚਲਾ ਗਿਆ ਔਰ ਮਦਿਆਨ ਦੇ ਵਿੱਚ ਜਿਹੜਾ ਪੁਜਾਰੀ ਸੀ ਉਸ ਦੀਆਂ 7 ਧੀਆਂ ਸੀ ਔਰ ਉਹਨਾਂ ਦੇ ਵਿੱਚੋਂ ਜਿਹੜੀ ਵੱਡੀ ਸੀ ਸਪੋਰਾ, ਉਸਦੇ ਨਾਲ ਉਸਦਾ ਵਿਆਹ ਹੋਇਆ। ਇਹ ਮਦਿਆਨੀ ਪੁਜਾਰੀ ਕੌਣ ਸੀਗਾ? ਹੁਣ ਅਸੀਂ ਇਸ ਕਨੈਕਸ਼ਨ ਨੂੰ ਪਹਿਲਾਂ ਦੇਖਾਂਗੇ। ਮੇਰੇ ਨਾਲ ਤੁਸੀਂ ਪਿੱਛੇ ਆ ਜਾਓ ਉਤਪਤ ਦੇ 25ਵੇਂ ਉਤਪਤ ਦੇ 25ਵੇਂ ਭਾਵ ਦੇ ਵਿੱਚ ਆ ਜਾਓ ਔਰ ਇੱਥੇ ਕਨੈਕਸ਼ਨ ਅਸੀਂ ਦੇਖਾਂਗੇ ਕਿ ਇਹ ਮਦਿਆਨੀ ਲੋਕ ਕੌਣ। ਸੋ ਅਬਰਾਹਮ ਨੇ ਇੱਥੇ ਜਿਸ ਲਈ ਅਸੀਂ ਦੇਖਦੇ ਪਏ ਹਾਂ ਕਿ ਅਬਰਾਹਮ ਨੇ ਕਟੂਰਾ ਨਾਂ ਦੀ ਇੱਕ ਔਰਤ ਦੇ ਨਾਲ ਵਿਆਹ ਕੀਤਾ। ਕਟੂਰਾ ਦੀ ਸੰਤਾਨ ਇਹ ਸਨ ਜੋ ਅਬਰਾਹਮ ਤੋਂ ਉਸਦੇ ਘਰ ਦੇ ਵਿੱਚ ਹੋਈ। ਜ਼ਿਮਰਾਨ, ਯਾਕਸਾਨ, ਮਦਾਨ, ਮਿਦਿਆਨ, ਯਸਬਾਕ ਅਤੇ ਸ਼ੁਆ। ਔਰ ਉਸ ਤੋਂ ਬਾਅਦ ਸਾਨੂੰ ਉਹਨਾਂ ਦੇ ਪੁੱਤਰ ਦੱਸੇ ਜਾਂਦੇ ਆ ਕਿ ਯਾਕਸਾਨ ਦੀ ਸੰਤਾਨ ਸੂਬਾ ਅਤੇ ਦਦਾਨ ਸੀ ਅਤੇ ਦਦਾਨ ਦੇ ਪੁੱਤਰਾਂ ਦਾ ਨਾਂ ਅਸ਼ੁਰਮ, ਲਟਸੈਮ ਅਤੇ ਲੌਮੈਮ ਸੀ। ਮਿਦਿਆਨ ਦੇ ਇਹ ਪੁੱਤਰ ਸਨ ਏਫਰ, ਹਨੋਕ, ਅਬੀਦਾ, ਅਲਿਆਦਾ ਅਤੇ ਇਹ ਸਭ ਕਟੂਰਾ ਦਾ ਵੰਸ਼ ਸੀ ਜਿਸ ਵੇਲੇ ਉਹ ਕਟੂਰਾ ਤੋਂ ਅੱਗੇ ਗਏ। ਔਰ ਉਹਨਾਂ ਦੇ ਵਿੱਚ ਇੱਕ ਜਿਹੜਾ ਪੁੱਤਰ ਆ ਉਹ ਮਿਦਿਆਨ। ਔਰ ਅਬਰਾਹਮ ਨੇ ਆਪਣੀ ਸਾਰੀ ਜਾਇਦਾਦ ਇਜ਼ਾਕ ਨੂੰ ਦਿੱਤੀ, ਪਰ ਉਸਨੇ ਆਪਣੇ ਜਿਉਂਦੇ ਜੀ ਆਪਣੀਆਂ ਦੂਜੀਆਂ ਪਤਨੀਆਂ ਦੀਆਂ ਸੰਤਾਨਾਂ ਨੂੰ ਬਹੁਤ ਸਾਰੀਆਂ ਸੁਗਾਤਾਂ ਦੇ ਤੌਰ ਤੇ ਦਿੱਤਾ ਤੇ ਉਹਨਾਂ ਨੂੰ ਪੂਰਬ ਦੀ ਧਰਤੀ ਇਜ਼ਹਾਕ ਤੋਂ ਦੂਰ ਕਰ ਦਿੱਤਾ। ਸੋ ਕਟੂਰਾ ਦੀ ਔਲਾਦ ਜਿਹੜੀ ਅਸੀਂ ਦੇਖਦੇ ਪਏ ਹਾਂ ਕਿ ਉਸਦਾ ਜਿਹੜਾ ਪੁੱਤਰ ਮਿਦਿਆਨ ਆ, ਮਿਦਿਆਨ ਦੀ ਜਿਹੜੀ ਸੰਤਾਨ ਆ ਉਹ ਉਸ ਇਲਾਕੇ ਦੇ ਵਿੱਚ ਬਸੀ ਆ ਜਿੱਥੇ ਪ੍ਰਭੂ ਨੇ
ਉਸ ਨੂੰ ਦਰਸ਼ਨ ਦਿੱਤੇ ਔਰ ਜਿੱਥੇ ਪ੍ਰਭੂ ਉਸ ਨੂੰ ਲੈ ਕੇ ਗਿਆ। ਸੋ ਉਹ ਜਿਹੜੇ ਪੁਜਾਰੀ ਆ, ਉਹ ਸਾਨੂੰ ਗਾਂਹ ਜਾ ਕੇ ਪਤਾ ਲੱਗਦਾ ਜਿਸ ਵੇਲੇ ਅਸੀਂ ਅੱਗੇ ਜਾ ਕੇ ਉਹਨਾਂ ਨੂੰ ਇਤਿਹਾਸਕ ਤੌਰ ਤੇ ਦੇਖਦੇ ਹਾਂ, ਔਰ ਅਸੀਂ ਇਤਿਹਾਸਕ ਤੌਰ ਤੇ ਗਾਂਹ ਜਾ ਕੇ ਜਿਹੜੀਆਂ ਸੰਤਾਨਾਂ ਗਾਂਹ ਜਾ ਕੇ ਇਹ ਬੇਸਿਕਲੀ ਤੁਸੀਂ ਇਹ ਕਹਿ ਲਓ ਕਿ ਸਾਊਦੀ ਅਰਬ ਦੇ ਖੂੰਜੇ ਉੱਤੇ ਬਸੀਆਂ ਇਹ ਸੰਤਾਨਾਂ ਆ, ਲਾਲ ਸਾਗਰ ਦੇ ਦੂਜੇ ਪਾਸੇ ਪੂਰਬ ਦੀ ਧਰਤੀ ਆ। ਲੇਕਿਨ ਇਸੇ ਤਰ੍ਹਾਂ ਜਿਹੜੇ ਹੈਗੇ ਆ ਇਰਾਕ, ਈਰਾਨ ਦੇ ਵਿੱਚ ਵੀ ਇਹ ਸੰਤਾਨਾਂ ਨੇ ਜਾ ਕੇ ਇਹ ਬਸੀਆਂ, ਔਰ ਇਹਨਾਂ ਨੇ ਖਾਸ ਕਰਕੇ ਜਾ ਕੇ ਈਰਾਨ ਦੇ ਵਿੱਚ ਬਸੇ। ਲੇਕਿਨ ਜਿਹੜਾ ਮਦਿਆਨ ਦੀ ਸੰਤਾਨ ਸੀਗੀ, ਉਹ ਜਿਹੜਾ ਉੱਥੇ ਸਾਇਨਾਈ ਦਾ ਜਿਹੜਾ ਪਹਾੜ ਸੀਗਾ ਉਹਦੇ ਵਿੱਚ ਜਾ ਕੇ ਮਦਿਆਨ ਦਾ ਜਿਹੜਾ ਇਲਾਕਾ ਸੀ ਉਹਦੇ ਵਿੱਚ ਬਸੇ। ਸੋ ਦੇਖੋ ਪ੍ਰਭੂ ਕਿਸ ਤਰ੍ਹਾਂ ਅਬਰਾਹਮ ਦੀ ਸੰਤਾਨ ਨੂੰ ਭਾਗ ਲਾਉਂਦਾ ਗਿਆ, ਔਰ ਜਿਸ ਲਈ ਅਸੀਂ ਦੇਖਦੇ ਪਏ ਹਾਂ ਕਿ ਆਪਣੇ ਵਾਅਦੇ ਦਾ ਪਰਮੇਸ਼ਵਰ ਆ, ਆਪਣੇ ਨੇਮ ਦਾ ਪਰਮੇਸ਼ਵਰ ਆ, ਤੇ ਕਿਸ ਤਰ੍ਹਾਂ ਦੇਖੋ ਆਪਣਾ ਨੇਮ ਉਹ ਸਾਰੀਆਂ ਸੰਤਾਨਾਂ ਦੇ ਵਿੱਚ ਪੂਰਾ ਕਰਦਾ ਪਿਆ, ਹਰ ਇੱਕ ਦੇ ਵਿੱਚ ਪੂਰਾ ਕਰਦਾ ਪਿਆ। ਉਸਨੇ ਕਿਸੇ ਨੂੰ ਵੀ ਪਿੱਛੇ ਨਹੀਂ ਛੱਡਣਾ। ਕੋਸ਼ਕ ਨੂੰ ਉਸਨੇ ਬਾਅਦ ਦੇ ਵਿੱਚ ਬਰਕਤ ਦੇਣੀ, ਇਸ਼ਮਾਇਲ ਦੀ ਸੰਤਾਨ ਨੂੰ ਬਾਅਦ ਚ ਬਰਕਤ ਮਿਲਣੀ, ਔਰ ਇਹਨਾਂ ਨੂੰ ਜਿਹੜੀ ਬਰਕਤ ਮਿਲਦੀ ਪਈ ਆ ਮਦਿਆਨ ਦੇ ਇਲਾਕਿਆਂ ਨੂੰ, ਮੀਡੀਅਨ ਦੇ ਇਲਾਕਿਆਂ ਨੂੰ, ਔਰ ਉਸ ਤੋਂ ਬਾਅਦ ਉਹਦੀਆਂ ਸੰਤਾਨਾਂ ਦੇ ਵਿੱਚੋਂ ਹੁਣ ਜਿਹੜਾ ਉਹਨਾਂ ਦਾ ਪ੍ਰੋਹਤ ਆ, ਉਹਨਾਂ ਦਾ ਜਿਹੜਾ ਪ੍ਰੋਹਤ ਆ ਉਹ ਉਸਨੂੰ ਉਹਦੇ ਘਰ ਦੇ ਵਿੱਚ ਹੋ ਗਿਆ, ਔਰ ਉਹਦੇ ਘਰ ਦੇ ਵਿੱਚ ਉਸਦਾ ਜਿਹੜਾ ਵਿਆਹ ਆ ਕਟੂਰਾ ਦੀ ਸੰਤਾਨ ਦੇ ਵਿੱਚ ਮੂਸਾ ਦਾ ਵਿਆਹ ਹੁੰਦਾ ਪਿਆ। Isn't that amazing? ਜਿਸ ਲਈ ਅਸੀਂ ਹੁਣ ਵਾਪਸ ਆਉਂਦੇ ਹਾਂ, ਅਸੀਂ ਮਦਿਆਨ ਇਹਨਾਂ ਦੀ ਕਟੂਰਾ ਦੀ ਸੰਤਾਨ ਨੂੰ ਅੱਗੇ ਜਾ ਕੇ ਬਹੁਤ ਖੋਲ ਕੇ ਦੇਖਾਂਗੇ ਵੀ ਕਿੱਥੇ ਕਿੱਥੇ ਬਸੇ, ਔਰ ਕਿਹੜੀਆਂ ਕਿਹੜੀਆਂ ਇਹਨਾਂ ਤੋਂ ਜਨਰੇਸ਼ਨ ਬਣੀਆਂ ਹੈਗੀਆਂ, ਇਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਲੋਕ ਨਿਕਲੇ, ਉਹ ਕਿੰਨੀ ਦੂਰ ਦੇ ਵਿੱਚ ਜਾ ਕੇ ਬਸੇ, ਕਿਉਂਕਿ ਇਹਨਾਂ ਦੇ ਵਿੱਚ ਉਹ ਵੀ ਲੋਕ ਹੈਗੇ ਆ ਜਿਹੜੇ ਆਲਰੇਡੀ ਪਾਕਿਸਤਾਨ ਦੀ ਧਰਤੀ ਦੇ ਵਿੱਚ ਜਾ ਕੇ ਬਸ ਚੁੱਕੇ ਆ। ਠੀਕ, ਜਿਹੜੇ ਏਰੀਅਨ ਲੋਕ, ਜਿਹੜੇ ਆਰਿਆ ਲੋਕ ਸੀਗੇ, ਉਹ ਇਹਨਾਂ ਦੇ ਵਿੱਚੋਂ ਨਿਕਲੇ ਸੀਗੇ, ਔਰ ਉਹ ਜਾ ਕੇ ਆਲਰੇਡੀ ਇਸ ਵੇਲੇ ਪਾਕਿਸਤਾਨ ਦੀ ਧਰਤੀ ਦੇ ਵਿੱਚ ਬਸੇ ਹੋਆ। ਉਹ ਅਸੀਂ ਕੱਲ ਨੂੰ ਦੇਖਾਂਗੇ, ਅੱਜ ਮੈਂ ਉੱਧਰ ਜਾਣਾ ਨਹੀਂ ਮੰਗਦਾ। ਸੋ ਅਸੀਂ ਕਟੂਰਾ ਦੀ ਜਿਹੜੀ ਸੰਤਾਨ ਉਸ ਨੂੰ ਇੱਥੇ ਦੇਖਦੇ ਪਏ ਹਾਂ, ਤੇ ਪ੍ਰਭੂ ਨੇ ਉਸ ਦੇ ਵਿੱਚ ਉਹਨਾਂ ਦੇ ਕੋਲ ਮੂਸਾ ਨੂੰ ਲੈ ਕੇ ਗਿਆ, ਔਰ ਮੂਸਾ ਇਸ ਵੇਲੇ ਉਹਦੀ ਬੇਟੀ ਦੇ ਨਾਲ ਉਸਦਾ ਵਿਆਹ ਹੋਇਆ, ਔਰ ਉਹਦੇ ਤੋਂ ਉਸਨੂੰ ਪ੍ਰਭੂ ਨੇ ਪੁੱਤਰਾਂ ਦੀ ਦਾਤ ਦਿੱਤੀ। ਹੁਣ ਅਸੀਂ ਜਿਹੜਾ ਸਾਡਾ ਸਮਾਂ ਆ ਉਹ ਹੈ 1501 ਸਾਲ ਤੋਂ ਲੈ ਕੇ 1463 ਸਾਲ ਦਾ ਸਮਾਂ ਗੱਭੇ, ਔਰ ਇਹਦੇ ਵਿੱਚ ਬਹੁਤ ਕੁਝ ਹੋਇਆ। ਇਸ ਸਮੇਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਮੂਸਾ ਦਾ ਬਾਪ ਸੀ, ਉਸਦੀ ਮਾਂ ਔਰ ਮੂਸਾ ਦੇ ਜਿਹੜੇ ਬਾਪ ਦੀ ਜਿਹੜੀ ਮੌਤ ਉਹ ਹੋ ਗਈ। ਦੂਸਰਾ ਇੱਥੇ ਕਾਲੇਬ ਦਾ ਜਨਮ ਹੋਇਆ, ਜਿਹਨੂੰ ਅਸੀਂ ਗਾਂ ਜਾ ਕੇ ਮਿਲਣਾ। ਜਾਸ਼ੂਆ ਦਾ ਜਨਮ ਹੋਇਆ, ਜਿਹੜੇ ਮੇਨ ਕੈਰੈਕਟਰ। ਫਿਨਹਾਸ ਦਾ ਜਿਹੜਾ ਜਨਮ ਹੋਇਆ, ਜਿਹੜਾ ਹਾਰੂਨ ਦਾ ਪੋਤਾ ਹੈ, ਉਸ ਦਾ ਜਨਮ ਇਸ ਸਮੇਂ ਦੇ ਵਿੱਚ ਹੋਇਆ। ਔਰ ਹੁਣ ਅਸੀਂ, ਕਿਉਂਕਿ ਮੂਸਾ ਜਿਹੜਾ ਪਹੁੰਚਾ ਹੈਗਾ 1502 ਦੇ ਵਿੱਚ ਪਹੁੰਚਾ, 1463 ਦੇ ਵਿੱਚ ਆ ਗਏ ਆ, 40 ਸਾਲ ਹੋ ਗਏ ਮੂਸਾ ਨੂੰ ਉੱਥੇ ਭੇਡਾਂ ਬੱਕਰੀਆਂ ਚਾਰਦੇ ਨੂੰ, ਔਰ 40 ਸਾਲ ਦੇ ਵਿੱਚ ਪ੍ਰਭੂ ਨੇ ਉਸਨੂੰ ਐਨ ਪੂਰੀ ਤਰ੍ਹਾਂ ਨਮਰ ਕੀਤਾ, ਪੂਰੀ ਤਰ੍ਹਾਂ ਉਹਦੇ ਵਿੱਚੋਂ ਜੋ ਵੀ ਪ੍ਰਭੂ ਨੇ ਕੱਢਣ ਦੀ ਜ਼ਰੂਰਤ ਸੀ, ਉਹ 40 ਸਾਲ ਦੇ ਵਿੱਚ ਪ੍ਰਭੂ ਨੇ ਉਹਦੇ ਵਿੱਚੋਂ ਕੱਢਿਆ। ਸੋ ਅਸੀਂ ਇਹ ਦੇਖਦੇ ਪਏ ਹਾਂ ਕਿ ਪ੍ਰਭੂ ਨੂੰ ਕਾਹਲੀ ਨਹੀਂ ਹੁੰਦੀ, ਸਾਨੂੰ ਕਾਹਲੀ ਪਈ ਹੁੰਦੀ ਆ, ਪ੍ਰਭੂ ਨੂੰ ਕੋਈ ਕਾਹਲੀ ਨਹੀਂ। ਉਸਨੇ ਆਪਣਾ ਸਾਡੇ ਨਾਲ ਦਿੱਤਾ ਨੇਮ ਪੂਰਾ ਕਰਨਾ, ਨੇਮ ਦੇ ਲਈ, ਨੇਮ ਦੇ ਨਾਲ ਜਿਹੜੀ ਕੋਈ ਚੀਜ਼ ਸਾਡੀ ਚੱਲਦੀ ਪਈ ਆ ਉਸਨੂੰ ਪ੍ਰਭੂ ਨੇ ਬਰਕਤ ਦੇਣੀ ਹੈ, ਔਰ ਉਸਨੂੰ ਬੇਲ ਵਾਂਗੂ ਵਧਾਉਣਾ, ਔਰ ਜਿਹੜੀ ਚੀਜ਼ ਉਸਦੇ ਰਸਤੇ ਦੇ ਵਿੱਚ ਆਉਂਦੀ ਪ੍ਰਭੂ ਨੇ ਉਸਨੂੰ ਕੱਟ ਦੇਣਾ। ਸਿੰਪਲ ਐਜ਼ ਦੈਟ। ਸੋ ਸਾਡਾ ਜਿਹੜਾ ਫੋਕਸ ਆ, ਅਗਰ ਸਾਡਾ ਫੋਕਸ ਘਰ ਵੱਲ ਨੂੰ ਲੱਗਾ ਹੈ,
ਔਰ ਅਸੀਂ ਆਪਣਾ ਘਰ ਵੱਲ ਨੂੰ ਤੱਕਦੇ ਪਏ ਹਾਂ। ਅਗਰ ਜੋ ਜਿੱਥੇ ਸਾਨੂੰ ਲੈ ਕੇ ਜਾ ਰਿਹਾ ਉੱਥੇ ਨੂੰ ਤੱਕਦੇ ਪਏ ਹਾਂ, ਤੇ ਫਿਰ ਸਾਡੀ ਜਿਹੜੀ ਯਾਤਰਾ ਆ ਉਹ ਸੌਖੀ ਹੋ ਜਾਂਦੀ ਆ। ਉਹ ਸਾਨੂੰ ਪ੍ਰਭੂ ਦੇ ਪੈਰਾਂ ਦੇ ਨਿਸ਼ਾਨ, ਉਹਦੇ ਹੱਥਾਂ ਦੀ ਆਵਾਜ਼, ਉਹਦੇ ਸਾਹ ਦੀ ਆਵਾਜ਼ ਸਾਨੂੰ ਸੁਣਨ ਲੱਗ ਪੈਂਦੀ ਆ ਕਿ no, there is no God in there। ਇਹ ਬਰਕਤ ਜ਼ਰੂਰ ਆ, ਪਰ ਪ੍ਰਭੂ ਇਹਦੇ ਵਿੱਚ ਨਹੀਂ। ਇਹ ਸਮਾਂ ਭਾਰਾ, ਪਰ ਪ੍ਰਭੂ ਮੇਰੇ ਨਾਲ ਆ। ਇਹ ਬਰਕਤ ਜਿਹੜੀ ਮੈਨੂੰ ਮਿਲਦੀ ਪਈ ਹੈ, ਮੈਨੂੰ ਪ੍ਰਭੂ ਨੇ ਦਿੱਤੀ ਆ, ਇਹ ਉਹਦੇ ਵੱਲੋਂ ਮਿਲੀ ਆ, ਤਾਂ ਕਿ ਮੈਂ ਇਹਦੇ ਵਿੱਚ ਅੱਗੇ ਵਧਾਂ। ਉਹ ਮੈਨੂੰ ਅੱਗੇ ਵਧਣ ਨੂੰ ਕਹਿ ਰਿਹਾ। ਤਾਂ ਫਿਰ ਉਹ ਜਿਹੜਾ ਖਾਲੀ ਸਮਾਂ ਹੁੰਦਾ ਨਾ, ਉਹਦਾ ਜਿਹੜਾ ਦੁੱਖ ਹੁੰਦਾ ਉਹ ਨਹੀਂ ਪੈਂਦਾ, ਜਿਸ ਲਈ ਅਸੀਂ ਆਪ ਵਧਣਾ ਸ਼ੁਰੂ ਕਰ ਦਿੰਦੇ ਹਾਂ ਨਿਸ਼ਾਨਾਤ ਦੇਖ ਕੇ। ਉਹਨਾਂ ਨਿਸ਼ਾਨਾਤ ਦੇ ਲਈ ਪ੍ਰਭੂ ਅੱਖਾਂ ਖੋਲਣੀਆਂ ਸ਼ੁਰੂ ਕਰ ਦਿੰਦਾ। ਔਰ ਇਹ ਮਸੀਹੀ ਯਾਤਰਾ ਹੈ। ਇਹ ਮਸੀਹੀ ਯਾਤਰਾ, ਮਸੀਹਤ ਕੋਈ ਧਰਮ ਨਹੀਂ ਹੈਗਾ। ਇਹਦੇ ਵਿੱਚ ਕੋਈ ਧਾਰਮਿਕਤਾ ਹੈ ਨਹੀਂ। ਅਗਰ ਧਰਮ ਔਰ ਧਾਰਮਿਕਤਾ ਹੋਵੇ ਤਾਂ ਅਸੀਂ ਇੱਕ ਐਸੇ ਖਾਲੀ ਖੂਹ ਦੇ ਕੋਲ ਜਾ ਕੇ ਬਹਿ ਜਾਂਦੇ ਹਾਂ ਜਿਹਦੇ ਵਿੱਚ ਨਾ ਤਾਂ ਪਾਣੀ ਹੈ, ਨਾ ਉੱਥੋਂ ਉੱਠ ਸਕਦੇ ਹਾਂ, ਤੇ ਨਾ ਅਸੀਂ ਉੱਥੋਂ ਕੁਛ ਪਾ ਸਕਦੇ ਹਾਂ। ਇਟਸ ਨਾਟ। ਇਹ ਜਰਨੀ ਆ, ਇਹ ਯਾਤਰਾ ਆ। ਇਹ ਯਾਤਰਾ ਕਿੰਨੇ ਚਿਰ ਦੀ ਆ? ਹਨੂਕ ਵਰਗੇ ਦੀ ਛੋਟੀ ਸੀ, ਔਰ ਉਹਦਾ ਬਾਪ ਮਥੂਸਲਾ ਹੜ੍ਹ ਦੇ ਵਿੱਚ ਮਰਿਆ। ਔਰ ਇਹ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਸਾਰੀਆਂ ਚੀਜ਼ਾਂ ਦੇਖਦੇ। ਉਸਦਾ ਪੁੱਤਰ ਮਥੂਸਲਾ ਹੜ੍ਹ ਦੇ ਵਿੱਚ ਮਰਿਆ। ਜਿਸ ਵੇਲੇ ਹੁਣ ਅਸੀਂ ਇੱਥੇ ਆ ਗਏ ਹਾਂ ਤੇ ਉਸਨੂੰ 40 ਸਾਲ ਹੋ ਗਏ, ਔਰ 40 ਸਾਲ ਦੇ ਵਿੱਚ ਪ੍ਰਭੂ ਨੇ ਮੂਸਾ ਨੂੰ ਹੁਣ ਆਵਾਜ਼ ਦੇਣੀ ਆ। ਸੋ ਆਓ ਅਸੀਂ ਇਸ ਸਮੇਂ ਦੇ ਵਿੱਚ ਚੱਲੀਏ। 1463 ਸਾਲ ਇੱਥੇ ਤੁਸੀਂ ਲਿਖ ਸਕਦੇ, ਔਰ ਤੀਸਰਾ ਭਾਵ, ਔਰ ਅਸੀਂ ਇਸ ਦੀਆਂ ਪਹਿਲੀਆਂ 11 ਆਇਤਾਂ ਪਹਿਲਾਂ ਦੇਖਾਂਗੇ, ਜਿਸ ਨੂੰ ਮਿਲ ਜਾਏ। मैं पढ़ दें बस। ਹਾਂਜੀ। मूसा दी बुलाहट। मूसा अपने सहुरे ਯਿਥਰੋ, ਜੋ ਇੱਕ ਮਦਿਆਨੀ ਪੁਜਾਰੀ ਸੀ, ਦੀਆਂ ਭੇਡਾਂ ਚਾਰਿਆ ਕਰਦਾ ਸੀ। ਇੱਕ ਦਿਨ ਉਸਨੇ ਭੇਡਾਂ ਨੂੰ ਉਜਾੜ ਦੇ ਪੂਰਬੀ ਪਾਸੇ ਵੱਲ ਹੱਕ ਦਿੱਤਾ ਅਤੇ ਉਹ ਆਪ ਪਰਮੇਸ਼ਰ ਦੇ ਪਹਾੜ ਹੋਰੇਬ ਵੱਲ ਨਿਕਲ ਗਿਆ। ਉੱਥੇ ਪ੍ਰਭੂ ਦੇ ਇੱਕ ਸਵਰਦੂਤ ਨੇ ਉਸਨੂੰ ਇੱਕ ਬਲਦੀ ਝਾੜੀ ਵਿੱਚ ਦੀ ਹੋ ਕੇ ਦਰਸ਼ਨ ਦਿੱਤਾ। ਉਸ ਝਾੜੀ ਵਿੱਚੋਂ ਅੱਗ ਦੀਆਂ ਲਾਟਾਂ ਉੱਠ ਰਹੀਆਂ ਸਨ, ਪਰ ਉਹ ਭਸਮ ਨਹੀਂ ਹੋ ਰਹੀ ਸੀ। ਮੂਸਾ ਇਹ ਦੇਖ ਕੇ ਹੈਰਾਨ ਰਹਿ ਗਿਆ ਤੇ ਆਪਣੇ ਆਪ ਨੂੰ ਬੋਲਿਆ, ਮੈਂ ਅੱਗੇ ਜਾ ਕੇ ਦੇਖਦਾ ਹਾਂ, ਇਹ ਝਾੜੀ ਬਲ ਤਾਂ ਰਹੀ ਹੈ, ਪਰ ਭਸਮ ਕਿਉਂ ਨਹੀਂ ਹੋ ਰਹੀ। ਜਦੋਂ ਪ੍ਰਭੂ ਨੇ ਦੇਖਿਆ ਕਿ ਮੂਸਾ ਅੱਗੇ ਦੇਖਣ ਲਈ ਆ ਰਿਹਾ ਹੈ, ਤਾਂ ਉਸ ਨੇ ਕਿਹਾ, ਮੂਸਾ ਮੂਸਾ। ਉਸਨੇ ਉੱਤਰ ਦਿੱਤਾ, ਮੈਂ ਹਾਜ਼ਰ ਹਾਂ। ਪਰਮੇਸ਼ਰ ਨੇ ਕਿਹਾ, ਤੂੰ ਹੋਰ ਨੇੜੇ ਆ, ਤੂੰ ਆਪਣੀ ਜੁੱਤੀ ਪੈਰੋਂ ਲਾ ਲੈ, ਕਿਉਂਕਿ ਜਿੱਥੇ ਤੂੰ ਖੜਾ ਹੈ ਇਹ ਪਵਿੱਤਰ ਧਰਤੀ ਹੈ। ਮੈਂ ਤੇਰੇ ਪੁਰਖਿਆਂ ਅਬਰਾਹਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ਰ ਹਾਂ। ਮੂਸਾ ਨੇ ਆਪਣਾ ਮੂੰਹ ਕੱਪੜੇ ਨਾਲ ਢੱਕ ਲਿਆ, ਕਿਉਂਕਿ ਉਹ ਪਰਮੇਸ਼ਰ ਵੱਲ ਦੇਖਣ ਤੋਂ ਡਰਦਾ ਸੀ। ਪ੍ਰਭੂ ਨੇ ਮੂਸਾ ਨੂੰ ਕਿਹਾ, ਮੈਂ ਆਪਣੇ ਲੋਕਾਂ ਜੋ ਮਿਸਰ ਵਿੱਚ ਹਨ ਦੇ ਦੁੱਖਾਂ ਤੇ ਪੀੜਾਂ ਨੂੰ ਦੇਖਿਆ ਹੈ, ਜੋ ਉਹਨਾਂ ਤੋਂ ਕੰਮ ਲੈਣ ਵਾਲਿਆਂ ਤੋਂ ਉਹਨਾਂ ਨੂੰ ਮਿਲ ਰਹੀਆਂ ਹਨ। ਮੈਂ ਉਹਨਾਂ ਦੇ ਸਭ ਦੁੱਖਾਂ ਨੂੰ ਅਨੁਭਵ ਕੀਤਾ ਹੈ। ਮੈਂ ਉਹਨਾਂ ਨੂੰ ਮਿਸਰੀਆਂ ਦੇ ਹੱਥੋਂ ਛੁਟਕਾਰਾ ਦੇਣ ਦੇ ਲਈ ਹੇਠ ਉਤਰ ਆਇਆ ਹਾਂ। ਮੈਂ ਉਹਨਾਂ ਨੂੰ ਮਿਸਰ ਵਿੱਚੋਂ ਕੱਢ ਕੇ ਚੰਗੀ ਤੇ ਖੁੱਲੀ ਧਰਤੀ ਤੇ, ਜੋ ਸੁੰਦਰ ਅਤੇ ਉਪਜਾਊ ਹੈ, ਲੈ ਜਾਵਾਂਗਾ। ਮੈਂ ਉਹਨਾਂ ਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰੀਜੀਆਂ, ਹਿਵੀਆਂ ਅਤੇ ਜਬੂਸੀਆਂ ਦੀ ਧਰਤੀ ਦੇਵਾਂਗਾ। ਮੈਂ ਆਪਣੇ ਲੋਕਾਂ ਦੀ ਸੱਚਮੁੱਚ ਪੁਕਾਰ ਸੁਣੀ ਹੈ ਅਤੇ ਦੇਖਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਤੇ ਅਤਿਆਚਾਰ ਹੋ ਰਿਹਾ ਹੈ। ਮੈਂ ਤੈਨੂੰ ਫਿਰੌਨ ਰਾਜਾ ਕੋਲ ਘੱਲ ਰਿਹਾ ਹਾਂ ਕਿ ਤੂੰ ਮੇਰੇ ਲੋਕਾਂ ਇਸਰਾਈਲ ਨੂੰ ਮਿਸਰ ਵਿੱਚੋਂ ਬਾਹਰ ਕੱਢ ਕੇ ਲਿਆਵੇਂ। ਪਰ ਮੂਸਾ ਨੇ ਉੱਤਰ ਦਿੱਤਾ, ਮੈਂ ਕੌਣ ਹਾਂ ਕਿ ਜਾ ਕੇ ਮਿਸਰ ਦੇ ਰਾਜਾ ਨੂੰ ਆਖਾਂ ਕਿ ਇਸਰਾਈਲੀਆਂ ਨੂੰ ਮਿਸਰ ਵਿੱਚੋਂ ਜਾਣ ਦੇ। ਆਮੀਨ। ਇਸ ਲਈ ਅਸੀਂ ਇਸ ਪ੍ਰਭੂ ਦੇ ਵਚਨ ਦੇ ਵਿੱਚ ਆਉਣੇ ਆ ਤਾਂ ਤੁਸੀਂ ਇੱਕ ਚੀਜ਼ ਦੇਖੋਗੇ, ਪ੍ਰਭੂ ਨੇ ਮੂਸਾ ਨੂੰ ਆਵਾਜ਼ ਜ਼ਰੂਰ ਦਿੱਤੀ ਆ, ਪਰ ਫੋਕਸ ਫਿਰ ਉਸ ਦਾ ਪ੍ਰਭੂ ਦਾ ਇੱਕੋ ਚੀਜ਼ ਦੇ ਉੱਤੇ, ਆਪਣੇ ਨਿਯਮ ਦੇ ਉੱਤੇ। ਹੁਣ ਦੂਸਰੇ ਪਾਸੇ ਜਿਹੜੇ ਇਜ਼ਰਾਈਲੀ ਲੋਕ ਆ, ਹੁਣ ਉਹ ਵੀ ਉਸ ਤਿਆਰੀ ਦੇ ਵਿੱਚ ਆ। ਉਹਨਾਂ ਨੇ ਵੀ ਆਖਰ ਹੁਣ ਪ੍ਰਭੂ ਦੇ ਅੱਗੇ ਪੁਕਾਰ ਆਪਣੀ ਉਠਾਈ।
ਰਾਮਸਿਸ ਜਿਹੜਾ ਉਹ ਮਰ ਚੁੱਕਾ ਆ, ਜਿਹੜਾ ਉੱਥੇ ਦਾ ਫੇਰੋ ਉਹ ਮਰ ਚੁੱਕਾ, ਔਰ ਉਸਦਾ ਪੁੱਤਰ ਗੱਦੀ ਦੇ ਉੱਤੇ ਬੈਠ ਚੁੱਕਾ। ਉਹ ਸਾਰੀਆਂ ਜਿਹੜੀਆਂ ਜਨਰੇਸ਼ਨ ਉਹਨਾਂ ਦੇ ਨਾਮ ਏਦਾਂ ਹੀ ਸੀ, ਰੈਮਸਿਸ ਦਾ 1, ਰੈਮਸਿਸ ਦਾ 2, ਰੈਮਸਿਸ ਦਾ 3, ਰੈਮਸਿਸ ਦਾ 4, ਉਹ ਸਾਰੀ ਦੀ ਸਾਰੀ ਜਿਹੜੀ ਉਹਨਾਂ ਦੇ ਨਾਮ ਆ ਉਹ ਏਦਾਂ ਹੀ। ਔਰ ਉਸਨੇ ਉਹਨਾਂ ਨੇ ਦੇਖਿਆ ਕਿ ਕੋਈ ਕਿਸੇ ਚੀਜ਼ ਦਾ ਖਾਸ ਫਰਕ ਨਹੀਂ ਪਿਆ, ਔਰ ਉਹਨਾਂ ਨੇ ਪ੍ਰਭੂ ਦੇ ਅੱਗੇ ਦੁਹਾਈ ਦਿੱਤੀ, ਜਿਸ ਲਈ ਅਸੀਂ ਦੂਸਰੇ ਚੈਪਟਰ ਦੇ ਅਖੀਰ ਦੇ ਵਿੱਚ ਪਹੁੰਚੇ। ਸੋ ਉਹ ਵੀ ਹੁਣ ਤਿਆਰ, ਉਹ ਵੀ ਉੱਥੇ ਹੀ ਸਭ ਕੁਝ ਠੀਕ ਮੰਗਦੇ ਸੀ ਕਿ ਇੱਥੇ ਹੀ ਸਭ ਕੁਝ ਠੀਕ ਹੋ ਜਾਵੇ, ਔਰ ਇਸ ਚੀਜ਼ ਦੇ ਉੱਤੇ ਉਹਨਾਂ ਨੂੰ ਨਹੀਂ ਸੀਗਾ ਕਿ ਪ੍ਰਭੂ ਸਾਨੂੰ ਇੱਥੋਂ ਹੁਣ ਲੈ ਕੇ ਜਾਏ। ਲੇਕਿਨ ਇੱਕ ਸਮਾਂ ਹੁਣ ਐਸਾ ਆ ਗਿਆ ਕਿ ਜਿੱਦਾਂ ਜਿੱਦਾਂ ਉਹ ਉੱਥੇ ਹੀ ਸਭ ਕੁਝ ਠੀਕ ਮੰਗਦੇ ਸੀ, ਇੱਥੇ ਹੀ ਸਭ ਕੁਝ ਏਦਾਂ ਹੀ ਠੀਕ ਹੋ ਜਾਵੇ, ਕੁਛ ਨਹੀਂ ਪਿਆ, ਕੋਈ ਖਾਸ ਫਰਕ ਨਹੀਂ ਪਿਆ। ਪਰ ਜਿਸ ਵੇਲੇ ਉਹਨਾਂ ਦੇ ਮਨ ਬਦਲੇ, ਉਹਨਾਂ ਦੇ ਮਨ ਪ੍ਰਭੂ ਦੇ ਵੱਲ ਲੱਗਿਆ, ਔਰ ਉਹਨਾਂ ਨੇ ਉਸ ਚੀਜ਼ ਨੂੰ ਸੋਚਿਆ ਕਿ ਹਾਂ, ਪ੍ਰਭੂ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਇੱਥੋਂ ਕੱਢ ਕੇ ਲੈ ਕੇ ਜਾਊਂਗਾ। ਉਹਦਾ ਨੇਮ ਇਹ ਆ ਕਿ ਉਹ ਸਾਨੂੰ ਇੱਥੋਂ ਕੱਢ ਕੇ ਲੈ ਕੇ ਜਾਏਗਾ। ਤਾਂ ਫਿਰ ਉਹਨਾਂ ਨੇ ਪ੍ਰਭੂ ਦੇ ਅੱਗੇ ਆਪਣੀ ਆਵਾਜ਼ ਉਠਾਈ, ਔਰ ਪ੍ਰਭੂ ਨੇ ਉਹਨਾਂ ਦੀ ਆਵਾਜ਼ ਸੁਣੀ। ਸੋ ਜਿਸ ਤਰ੍ਹਾਂ ਕਿ ਪ੍ਰਭੂ ਆਲਰੇਡੀ ਸਾਰੀਆਂ ਚੀਜ਼ਾਂ ਜਗ੍ਹਾ ਜਗ੍ਹਾ ਤੇ ਸੈੱਟ ਕਰਦਾ ਪਿਆ ਸੀ, ਮੂਸਾ ਨੂੰ ਪ੍ਰਭੂ ਨੇ ਆਪਣੀ ਜਗ੍ਹਾ ਦੇ ਉੱਤੇ ਸੈੱਟ ਕਰ ਦਿੱਤਾ ਸੀ। ਪ੍ਰਭੂ ਆਲਰੇਡੀ ਇੱਕ ਨੂੰ ਤਿਆਰ ਕਰ ਰਿਹਾ ਸੀ, ਔਰ ਮੂਸਾ ਦੇ ਕੋਲ ਹੁਣ ਉਹ ਆਪਣੇ ਸਹੁਰੇ ਦੀਆਂ ਭੇਡਾਂ ਚਾਰਨ ਦੇ ਲਈ ਜਾ ਰਿਹਾ, ਔਰ ਉੱਥੇ ਜਿਸਲੇ ਹੋਰੇਬ ਪਹਾੜ ਦੇ ਉੱਤੇ ਉਹ ਪਹੁੰਚਾ ਤੇ ਉਸਨੇ ਇੱਕ ਝਾੜੀ ਦੇਖੀ, ਔਰ ਝਾੜੀ ਜਿਹੜੀ ਆ ਉਹ ਜਲਦੀ ਪਈ, ਪਰ ਉਹ ਭਸਮ ਨਹੀਂ ਹੁੰਦੀ ਪਈ, ਯਾਨੀ ਕਿ ਉਸਨੂੰ ਅੱਗ ਲੱਗੀ ਹੋਆ, ਉੱਥੇ ਅੱਗ ਨਹੀਂ ਆ, ਪਰ ਉਹ ਭਸਮ ਨਹੀਂ ਹੁੰਦੀ ਪਈ। ਔਰ ਇੱਥੇ ਆ ਕੇ ਜਿਸਲੇ ਹੁਣ ਉਸਨੇ ਜਾ ਕੇ ਆਪਣੇ ਮਦਿਆਨੀ ਸਹੁਰੇ ਨੂੰ ਵੀ ਇਹ ਚੀਜ਼ ਦੱਸਣੀ ਆ ਕਿ ਮੈਂ ਇੱਕ ਝਾੜੀ ਦੇਖੀ ਆ, ਔਰ ਉਹਦੇ ਵਿੱਚੋਂ ਪਰਮੇਸ਼ਰ ਦੀ ਆਵਾਜ਼ ਮੈਨੂੰ ਆਈ ਆ, ਤੇ ਮੈਂ ਜਾ ਕੇ ਉਹਨਾਂ ਨੂੰ, ਆਪਣੇ ਲੋਕਾਂ ਨੂੰ ਉੱਥੋਂ ਕੱਢ ਕੇ ਲੈ ਕੇ ਆਵਾਂ। ਉਸਨੇ ਮੈਨੂੰ ਚੁਣਿਆ, ਤੇ ਉਹਨੇ ਵੀ ਇਸ ਚੀਜ਼ 'ਚ ਵਿਸ਼ਵਾਸ ਕਰਨਾ, ਕਿਉਂਕਿ ਉਹ ਅੱਗ ਦੀ ਪੂਜਾ ਕਰਦੇ। ਮਦਿਆਨੀ ਲੋਕ ਜੋ ਉਹਨਾਂ ਦੇ ਬਜ਼ੁਰਗੇ ਆਏ ਸੀ, ਉਹ ਤਾਂ ਬਲੀ ਦਿੰਦੇ ਸੀ ਅੱਗ ਦੇ ਮੂਹਰੇ। ਉਹਨਾਂ ਨੇ ਸੋਚਿਆ ਕਿ ਅੱਗ ਹੀ, ਜਿਹੜੀ ਅੱਗ ਆ, ਇਹ ਪਿਓਰਟੀ ਆ, ਇਹ ਪਿਓਰਟੀ ਆ। ਸੋ ਕਿੰਗ ਸਾਇਰਸ ਦੇ ਸਮੇਂ ਤੱਕ, ਔਰ ਉਸ ਤੋਂ ਬਾਅਦ ਤੱਕ, ਔਰ ਅੱਜ ਵੀ ਜਿਹੜੇ ਪਾਰਸੀ ਲੋਕ ਇਹਨਾਂ ਦੇ ਵਿੱਚੋਂ ਨਿਕਲੇ ਨਾ, ਫਰੀਸੀ ਨਹੀਂ, ਪਾਰਸੀ ਲੋਕ ਜਿਹੜੇ ਗੁਜਰਾਤ ਦੇ ਵਿੱਚ ਹਾਲੇ ਵੀ ਰਹਿੰਦੇ, ਗੁਜਰਾਤ ਦੇ ਵਿੱਚ, ਰਾਜਸਥਾਨ ਦੇ ਵਿੱਚ, ਬੰਬੇ ਦੇ ਇਲਾਕੇ ਦੇ ਵਿੱਚ ਬਹੁਤ ਸਾਰੇ ਪਾਰਸੀ ਲੋਕ ਰਹਿੰਦੇ, ਬੜੇ ਅਮੀਰ ਲੋਕ ਆ, ਰਾਈਟ। ਬਹੁਤ ਸਾਰੇ ਉਹਨਾਂ ਦੇ ਵਿੱਚੋਂ ਜਿਸ ਤਰ੍ਹਾਂ ਕਿ ਜਿਹੜਾ ਨਹਿਰੂ ਖਾਨਦਾਨ, ਗਾਂਧੀ ਖਾਨਦਾਨ, ਇਹ ਸਾਰੇ ਪਾਰਸੀ ਲੋਕ ਸੀ ਜਿਹੜੇ ਬਾਅਦ ਚ ਹਿੰਦੂ ਹੋਏ, ਸਿਰਫ ਇਲੈਕਸ਼ਨਾਂ ਦੇ ਲਈ, ਸਾਨੂੰ ਹਿੰਦੁਸਤਾਨ ਦੇ ਵਿੱਚ ਕੋਈ ਜਗ੍ਹਾ ਬਣ ਜਾਏ। ਔਰ ਅੱਜ ਵੀ ਉੱਥੇ ਇੱਕ MP ਆ ਜਿਹਦਾ ਲਾਸਟ ਨੇਮ ਇਰਾਨੀ ਆ, ਉਹ ਪਾਰਸੀ ਆ। ਟਾਟਾ, ਜਿਹਨੇ ਸਾਰੀਆਂ ਟਰੱਕ ਵਗੈਰਾ ਬਿਜ਼ਨਸ ਚੱਲਦੇ ਪਏ, ਪਾਰਸੀ ਲੋਕ, ਔਰ ਇਹਨਾਂ ਦੇ ਵਿੱਚੋਂ ਨਿਕਲੇ, ਉਹ ਅੱਗ ਦੀ ਪੂਜਾ ਕਰਦੇ ਆ। ਸੋ ਉਹਦੇ ਬਾਪ ਨੂੰ ਵੀ ਇਸ ਚੀਜ਼ ਦੇ ਵਿੱਚ ਕੋਈ ਹਰਜ ਨਹੀਂ ਹੋਣਾ, ਉਹਨੇ ਵੀ ਸੱਚਮੁੱਚ ਕਹਿਣਾ ਕਿ ਚਲੋ ਪ੍ਰਭੂ ਦੀ ਆਵਾਜ਼ ਹੈ, ਅੱਗ ਦੇ ਵਿੱਚੋਂ ਆਵਾਜ਼। ਦੇਖੋ ਪ੍ਰਭੂ ਕਿੰਨਾ ਦਿਆਲੂ, ਕਿੰਨਾ ਦਿਆਲੂ, ਕਿੱਦਾਂ ਉਹ ਹਰੇਕ ਨੂੰ, ਹਰੇਕ ਦੇ ਅਨੁਸਾਰ ਚੱਲਦਾ, ਹਰੇਕ ਦੇ ਅਨੁਸਾਰ ਚੱਲਦਾ। ਸੋ ਉਸਨੇ ਉਹਨਾਂ ਦੇ ਅਨੁਸਾਰ ਵੀ ਪ੍ਰਭੂ ਨੇ ਸਹੀ ਕੰਮ ਕੀਤਾ, ਲੇਕਿਨ ਕਿ ਪ੍ਰਭੂ ਦਾ ਫਰਿਸ਼ਤਾ ਆ ਉਸ ਝਾੜੀ ਦੇ ਵਿੱਚ ਜਿਹੜਾ ਚੱਲ ਰਿਹਾ,
पर आवाज प्रभु की आ रही, आवाज उसनों जी आ रही है वो यीशु की आ रही। सो उसने मूसा ने अगे जाके देखा, चौथी आयत, जो प्रभु ने देखा कि मूसा अगे देखने लई आ रहा है तो उसने कहा मूसा मूसा, ते उसने उत्तर दिता मैं हाजिर हूं। परमेश्वर ने कहा तू होर नेड़े आ, अपने पैरों अपनी जुत्ती पैरों ला लै, क्योंकि जिथे तू खड़ा है ये पवित्र धरती है। मैं तेरे पुरखियां अब्राहम, इसहाक अते याकूब का परमेश्वर। और हुण देखियो, मूसा ने अपने मुंह का कपड़ा ढक लिया क्योंकि वो परमेश्वर वाल देखने डरता सी। प्रभु ने मूसा ने कहा मैं अपने लोकां जो मिस्र दे विच हन दे दुखां ते पीड़ां नूं देखिया है, जो उन्हां तो काम लैण वालियां तो उन्हां नूं मिल रहीआं। मैं उन्हां नूं उन्हां दे सब दुखां दा अनुभव कीता। अनुभव पता किद्दां कीता जांदा? ਜਦੋਂ ਤੁਸੀਂ ਉਹਨਾਂ ਦੇ ਨਾਲ ਇੱਕ ਹੋਵੋਗੇ। ਹੁਣ ਜੇ ਮੈਂ ਇੱਥੋਂ ਬੈਠਾ, ਸਾਡਾ ਭਰਾ ਇੰਡੀਆ ਦੇ ਵਿੱਚ ਇਸ ਵੇਲੇ ਮਨਦੀਪ ਦੇ ਡੈਡੀ ਨੂੰ ਆਕਸੀਜਨ ਲੱਗੀ ਆ, ਪ੍ਰਭੂ ਦਾ ਸ਼ੁਕਰ ਦਿਨ ਬ ਦਿਨ ਉੱਤੇ ਉਹਨਾਂ ਦੇ ਉੱਤੇ ਰਹਿਮ ਹੋ ਰਿਹਾ। ਅਸੀਂ ਦੁਆਵਾਂ ਕਰਦੇ ਪਏ ਹਾਂ, ਖੁਦਾਵੰਦ ਨੇ ਹਰ ਪਾਸਿਓਂ ਹਰ ਜ਼ਰੂਰਤ ਨੂੰ ਉੱਥੇ ਪੂਰਾ ਕੀਤਾ ਹੈ। ਔਰ ਤੰਦਰੁਸਤੀ ਦਾ ਦਾਨ ਵੀ ਦੇਗਾ, ਇਸ ਦੇ ਲਈ ਅਸੀਂ ਦੁਆ ਕਰਦੇ ਪਏ। ਹੁਣ ਜੇ ਉਸ ਨੂੰ ਮੈਂ ਕਹਾਂ ਕਿ ਬ੍ਰਦਰ ਜੀ ਮੈਨੂੰ ਪਤਾ ਤੁਸੀਂ ਕਿਹੜੀ ਚੀਜ਼ ਦੇ ਵਿੱਚੋਂ ਲੰਘਦੇ ਪਏ, ਮੈਨੂੰ ਕੀ ਪਤਾ? ਮੈਨੂੰ ਕੁਛ ਨਹੀਂ ਪਤਾ। ਪਰ ਜੇ ਮੈਂ ਕਹਾਂ ਪ੍ਰਭੂ ਨੂੰ ਪਤਾ ਤੁਸੀਂ ਕਿਸ ਚੀਜ਼ ਦੇ ਵਿੱਚੋਂ ਲੰਘਦੇ ਪਏ, ਤਾਂ ਮੈਂ ਸੱਚ ਬੋਲਦਾ ਪਿਆ। ਪਤਾ ਕਿਉਂ? ਮੈਂ ਇੱਥੋਂ ਬੋਲਦਾ, ਪ੍ਰਭੂ ਦੇ ਸ਼ਬਦ ਚੋਂ ਬੋਲਦਾ ਕਿ ਮੇਰਾ ਪ੍ਰਭੂ ਜਾਣਦਾ। ਉਹ ਜਿਹੜਾ ਆਤਮਾ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ, ਜਦੋਂ ਤੁਸੀਂ ਉਸਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆ ਸੀ, ਉਹ ਤੁਹਾਡੇ ਨਾਲ, ਉਹ ਤੁਹਾਡੇ ਅੰਦਰ ਆ। ਔਰ ਉਸ ਨੂੰ ਮਹਿਸੂਸ ਕਰਦਾ। ਹਮੇਸ਼ਾ ਸੱਚ ਇੱਕ ਰਿਸ਼ਤਾ ਆ ਪ੍ਰਭੂ ਦੇ ਨਾਲ, ਇੱਕ ਏਕਤਾ ਆ ਪ੍ਰਭੂ ਦੇ ਨਾਲ। ਉਹ ਨੀਲੇ ਅਸਮਾਨ ਦੇ ਦੂਜੇ ਪਾਸੇ ਨਹੀਂ ਬੋਲਦਾ ਪਿਆ, ਉਹ ਸਾਡੇ ਨਾਲ। ਉਸਨੇ ਉਸਦੀ ਹਜ਼ੂਰੀ ਸਾਡੇ ਨਾਲ। ਸੋ ਇਸ ਕਰਕੇ ਪ੍ਰਭੂ ਦੇਖੋ ਕੀ ਕਹਿੰਦਾ, ਮੈਂ ਆਪਣੇ ਲੋਕਾਂ ਜੋ ਮਿਸਰ ਦੇ ਵਿੱਚ ਹਨ ਦੁੱਖ ਤੇ ਪੀੜਾ ਨੂੰ ਦੇਖਿਆ, ਜੋ ਉਹਨਾਂ ਤੋਂ ਕੰਮ ਲੈਣ ਵਾਲਿਆਂ ਤੋਂ ਉਹਨਾਂ ਨੂੰ ਮਿਲ ਰਹੀਆਂ। ਮੈਂ ਉਹਨਾਂ ਦੇ ਸਭ ਦੁੱਖਾਂ ਨੂੰ ਅਨੁਭਵ ਕੀਤਾ ਹੈ। ਮੈਂ ਉਹਨਾਂ ਨੂੰ ਮਿਸਰੀਆਂ ਦੇ ਹੱਥੋਂ ਛੁਟਕਾਰਾ ਦੇਣ ਦੇ ਲਈ ਹੇਠ ਉਤਰ ਆਇਆ। ਮੈਂ ਉਹਨਾਂ ਨੂੰ ਮਿਸਰ ਵਿੱਚੋਂ ਕੱਢ ਕੇ ਚੰਗੀ ਤੇ ਖੁੱਲੇ ਧਰਤੀ ਜੋ ਸੁੰਦਰ ਅਤੇ ਉਪਜਾਊ ਹੈ ਲੈ ਜਾਵਾਂਗਾ। ਮੈਂ ਉਹਨਾਂ ਨੂੰ ਕਨਾਨੀ, ਹਿੱਤੀਆਂ, ਅਮੋਰੀਆਂ, ਫਰਿੱਜੀਆਂ, ਹਿੱਬੀਆਂ, ਯਬੂਸੀਆਂ ਦੀ ਧਰਤੀ ਦੇਵਾਂਗਾ। ਮੈਂ ਆਪਣੇ ਲੋਕਾਂ ਦੀ ਸੱਚਮੁੱਚ ਪੁਕਾਰ ਸੁਣੀ ਹੈ ਅਤੇ ਦੇਖਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਤੇ ਅਤਿਆਚਾਰ ਹੋ ਰਿਹਾ ਹੈ। ਮੈਂ ਤੈਨੂੰ ਫਿਰੌਨ ਰਾਜਾ ਦੇ ਕੋਲ ਘੱਲ ਰਿਹਾ ਹਾਂ ਕਿ ਤੂੰ ਮੇਰੇ ਲੋਕਾਂ ਇਜ਼ਰਾਈਲੀਆਂ ਨੂੰ ਮਿਸਰ ਦੇ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਏ। Isn't that amazing? ਔਰ ਜਿਸ ਲਈ ਅਸੀਂ ਵਾਪਸ 15ਵੇਂ ਪਹਾੜ ਦੇ ਵਿੱਚ ਜਾਂਦੇ ਹਾਂ, ਤੁਸੀਂ ਕਹੋਗੇ ਬਾਰ-ਬਾਰ ਤੁਹਾਨੂੰ ਲੈ ਕੇ ਜਾਂਦਾ। ਮੈਂ ਤਾਂ ਤੁਹਾਨੂੰ ਲੈ ਕੇ ਜਾਂਦਾ ਕਿਉਂਕਿ ਮੇਰਾ ਵਿਸ਼ਵਾਸ, ਪ੍ਰਭੂ ਦਾ ਸ਼ੁਕਰ ਹੈ ਮੇਰੀ ਜ਼ਿੰਦਗੀ 'ਚ ਉਸਨੇ ਬਹੁਤ ਮਿਰਾਕਲ ਕੀਤੇ। Everywhere is a miracle. ਮੇਰੇ ਬੱਚੇ ਮਿਰਾਕਲ, ਮੇਰੀ ਵਾਈਫ ਮਿਰਾਕਲ ਹੈ ਮੇਰੇ ਲਈ। ਪ੍ਰਭੂ ਨੇ ਮੇਰੇ ਲਈ ਬਹੁਤ ਮਿਰਾਕਲ ਕੀਤੇ, ਲੇਕਿਨ ਮੇਰਾ ਵਿਸ਼ਵਾਸ ਇਸ ਕਰਕੇ ਨਹੀਂ ਪ੍ਰਭੂ ਨੇ ਮੇਰੇ ਲਈ ਮਿਰਾਕਲ ਕੀਤੇ। ਪ੍ਰਭੂ ਨੇ ਮੇਰਾ ਵਿਸ਼ਵਾਸ ਬਣਾਇਆ ਆਪਣੇ ਵਚਨ ਤੋਂ। ਇਸ ਕਰਕੇ ਜਦੋਂ ਵੀ ਹੇਠੀਆਂ ਜੇਠੀਆਂ ਉਤਰੀਆਂ ਤੇ ਬਿਲਡੀਆਂ ਆਉਂਦੀਆਂ, ਮੇਰਾ ਵਿਸ਼ਵਾਸ ਨਹੀਂ ਜਾਂਦਾ।
क्योंकि प्रभु ने मेरे ते ये रहम की, मैंने अपने वचन चो याद दिलाया कि मैं कौन। सो इस करके मैं तुहानू बार बार इन्हां हिस्सियां दे विच लैके जाना, क्योंकि मेरा जिहड़ा पर्पस आ अखीर दे विच इक्को ही आ कि साडा विश्वास प्रभु दे बोले हुए, साडे नाल कीते हुए और अपने खून दे नाल जिहड़ा उहने साडे नाल नेम बन्निया ओहदे ते होए। साडा विश्वास उसके नेम ते होना चाहिए। अगर साडा विश्वास उसके नेम दे उत्ते आ कि जो उसने वादा किया साडे नाल पूरा करेगा, ते बाकी सारियां चीज़ां वो प्रॉफिट आ, वो तो नाल नाल चलेगा। बाकी दियां सारियां जरूरतां तो वो देगा, क्योंकि आदम ते हवा नूं प्रभु ने उन्नी देर तक धरती ते नहीं लिआंदा सी जिन्नी देर तक उन्हां दीयां जरूरतां नहीं जांदियां सी। सो ਅਸੀਂ जिस वेले अपना ध्यान जरूरतों के वाल ज्यादा, जरूरत तो ज्यादा ला लेंगे तो साडा जिहड़ा ध्यान प्रभु के नेम तो हट जाता। एंड दैट्स एग्जैक्टली जिहड़ा शैतान आ वो एग्जैक्टली मंगदा। बस उन्होंने बहुती जमीन नहीं साडे च चाहिदी, उन्होंने सिर्फ 1 इंच चाहिए, 1 इंच, एक छोटा जिहा शेक होना चाहिए। That's it। बस उत्थों फिर वो अपना काम शुरू करता, फिर वो देख लेंदा कि एदी आह कमजोरी, फिर उस कमजोरी को वो लैके फिर अगे बढ़ता, फिर अपना घोल ਉਹਦੇ ਵਿੱਚ ਘੋਲਦਾ ਸਾਡੀ ਜ਼ਿੰਦਗੀਆਂ ਦੇ ਵਿੱਚ। और ਜਿਹੜੀ ਉਹ प्रभु ਯਿਸੂ ਦੀ ਇੱਕ ਜਿਹੜੀ ਜੋਏ ਸਾਡੇ ਅੰਦਰ खुशी होनी चाहिए, जो सवेरे उठदियां एक साह होना चाहिए ना, वो नहीं होता, वो नहीं होता। फिर ਜਿਹੜੀ भी किसी की कमजोरी उससे कमजोरी दे विच उठदा, उससे कमजोरी दे विच सौ जांदा। ठीक, सो उन्हां चीज़ां नूं असीं अगे जाके देखांगे किहड़ी कमजोरियां जिहड़ियां वैरी कि असीं अपने आप नूं 100% क्रिश्चियन कह सकदे, लेकिन साडी एक कमजोरी ऐसी हुंदी जिहनूं उसने फड़िया और उसनूं फड़ के वो जिद्दां लाटू नहीं घुमाउंदे हुंदे नियाणे खेलदे हुंदे सी, इदां मेरियां घुमाउंदे हुंदे सी, मेरी नूं सानूं घुमाउंदा। सो उन्हां चीज़ां नूं असीं अगे जाके देखांगे। एनीहाउ सो हुण असीं इत्थे ये देखदे पए हां, जे असीं साडा टाइम हो गया, जे असीं इस नूं 15वें भाव दे नाल जो उसने अब्राहम नूं प्रॉमिस उस वेले दिता सी जिस वेले ओदी हाले तक कोई संतान भी नहीं सी, और प्रभु ने उसनूं पुकारे आवाज दी तो उसने क्या मैं तेनू बहुत बरकत दूंगा, तू मैनू होर की देगा, जो कुछ मेरे कोल है अलीएज़र दा बना, मेरे नौकर दा बना, तू मैनू की देगा। उसने कहा मैं तेनू बहुत दूंगा, अलीएज़र दा नहीं होगा, तेरी संतान दा होगा। बाहर देख, बाहर निकल, तारे क्या तेरी संतान नहीं होगी। और जिसलिए उसने धरती तो जो कुछ वो कर सकता सी, देख सकता सी, छू सकता सी, उन्हां चीज़ां तो अपनियां अखां ते हाथ चुके और स्वर्ग वाल नूं तक्किया ते उसने प्रभु ते विश्वास किया। तारे गिनाउणा काम नहीं सी, धरती तो मुंह चुक के स्वर्ग वाल अखां लाउण वाली गल सी, इसलिए उन्हें स्वर्ग वाल नूं तक्किया तो उसने विश्वास किया कि वो प्रभु जिहड़ा हनेरे दे विच भी जोतां जगा के बैठा है, और हर एक तारा धरती नहीं, हर एक तारा सूरज जिसके आले दुआले धरतियां घूमदियां, इदां दियां कई धरतियां घूमदियां। प्रभु जिहड़ा मैं तो इस एक धरती ते, एक सूरज ते, एक चंद ते, एक धरती ते बैठा हां, वो जिहड़ा इन्हां तारियां दा मालक,
इसलिए उसने प्रभु की विराटनेस ਉਹਦੇ ਵੱਡੇਪਨ ਉਹਦੀ ਬਜ਼ੁਰਗੀ ਦੇ ਵੱਲ ਦੇਖਿਆ तो उसने विश्वास किया कि हाँ प्रभु तू परमेश्वर। तो फिर प्रभु ने क्या ਉਹਦਾ विश्वास के कारण उसने उचित ठहराया और फिर उसने क्या कि हुण तू एक बैल एक 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 मेढा एक भेड़ कबूतर जानवर इन्हां दी बलि लैके आ। सो लहू की बलि चढ़ाई गई। प्रभु ने उसके नाल अपना नेम बन्निया। उस नेम दे विच प्रभु ने उसनू ये सारियां चीजां दसियां कि देख तेरे लोकां नू मैं पराए देश दे विच लैके जाऊं। हुण तो लैके 400 साल तक उत्थे रहेंगे। उत्थे दे लोग उन्हां दे नाल अत्याचार करनगे। 400 साल के बाद मैं उन्हां नू उत्थों कढ के लैके आऊंगा। तां फिर मैं तेनू उन्हां नू किहड़ी धरती दूंगा? मैं उन्हां नू कनानियां, हित्तियां, अमोरियां, फरीजियां, हिब्बियां, यबूसियां दी धरती देवांगा। ये सारी धरती अपने नेम का परमेश्वर। तो इसके लिए सानू प्रभु का शुक्र करना चाहिए और साडे प्रभु ने भी साडे नाल नेम बन्नी है। साडे प्रभु ने भी साडे नाल नेम बन्नी। याद रखो कि जो इवन यूसुफ के होरना दी भी हड्डियां उत्थे है नहीं, वो भी उन्हां हड्डियां नू भी कनान दे विच लिया के उन्हां नू दफनाया। इस तरह साडियां हड्डियां भी इस तरह इत्थे भी कोई रख दोगे प्रभु घर जाना, घर जाना, ये तो यात्रा है। घर जाना प्रभु जी इस वेले असीं सब तो पहला मनदीप दे डैडी नूं तेरे चरनां दे विच लैके आउणे आ। खुदावंद इस वेले तेरा बंदा बहुत भारे समय दे विच भी गुजरदा पिया। असीं सब तो पहला उन्हां सारियां सहूलतां दे लई तेरा शुक्र करदे कि उस मुल्क दे विच खुदावंद तू ऐनी ये तेरी दित्ती हुई सब कुछ है खुदावंद के अफोर्डेबिलिटी भी है और प्रभु जी वो चीज़ां मिल भी रही। तेरा शुक्र करदे सब तो पहला जो तेरा बंदे नूं घर दे विच सारियां उन्हां सहूलतां तू बख्श दित्तियां जिसते लिए लोग प्रभु जी भटकते फिरते। तेरा शुक्र करदे हैं खुदावंद कि तेरा बंदा तेनू जानदा। तेरा शुक्र करदे हैं तेरे महान प्यार दे लिए जिसते करके खुदावंद तू उसनू और उसके खानदान नू अपने लिए वखरा कीता। उस मुक्ति दे लिए तेरा शुक्र करदे हैं तू अपने बंदे दे लिए प्रभु जी धरती दीयां नीहां रखण तो पहला तैयार कर दित्ती। इस यात्रा नूं प्रभु जी असीं देख सकते हैं खुदावंद तू जानदा है कितनी लंबी है पर असीं फिर भी प्रभु जी क्योंकि सानू मंगण दे लिए किया गया इस करके खुदावंद असीं अपने भरा नूं तेरी हजूरी दे विच लैके आए। प्यारे प्रभु जिसने इन्ना कुछ किया खुदावंद वो होर करन दे भी लायक। ऐसे वेले प्रभु जी तेरा अपना साह तेरे बंदे नूं छुए और खुदावंद तू उसके उत्ते अपने तंदुरुस्ती वाला हाथ लैके आ। मनदीप जो इत्थे प्रभु जी कैनेडा दे विच आ और इसी तरह प्रभु जी बेटा और बेटी जो ऑस्ट्रेलिया दे विच आ
प्यारे प्रभु मैं सारे खानदान नूं इस वेले तेरे पवित्र हत्थां दे विच दिंदा। बच्चियां नूं शांति दे खुदा, इन्हां दी अखां अपने वल ला के रख। साडी भैन जो इस वेले प्रभु जी इंडिया दे विच है खुदावन, तू उसदे उत्ते अपनी जोरी रख। बच्चे सारे दूर है प्रभु जी, हसबैंड बैठ ते पिया, और प्यारे प्रभु इस वेले सिवाय तेरे तो होर कोई नहीं उत्ते उसदा। प्रभु जी तू अपने हत्थां दे नाल संभाल कर, दया कर, अपनी दया कर। और इहो ही दया प्रभु जी असीं अपने भरा हिंद ते लई मंगदे, असीं तेरा शुक्र करदे कि भारे समय आउंदे आ प्रभु जी, पर तेरा शुक्र है कि तू साडे दुख नूं अनुभव करदा। तू साडे दुख नूं अनुभव करदा। इस वेले मैं इन्हां प्यारे खानदानां नूं तेरे हत्थां दे विच दिंदा, अपने बच्चियां नूं प्रभु जी असीं तेरे हत्थां च दिंदे। जो बच्चे योग हो चुके हैं खुदावन, मैं उन्हां दे लई दुआ करदा प्रभु जी, जीवन साथी तेरे वल्लों तेरे घर तों। असीं मां बाप अपने बच्चियां नूं घर तेरे विच वास्ते रास्ते देखी, और बच्चियां नूं प्रभु जी तेरे नाम नूं अगे लैके जांदा देखे। प्यारे प्रभु साडे हिंदुस्तान दे विच इस वेले बहुत बहुत दुख चलदा है खुदावन, तू रहम कर, दया कर, छू, और अपना एक भारा हाथ प्रभु जी पीछे खिंच। हिंदुस्तान प्रभु जी, पाकिस्तान, बांग्लादेश, श्रीलंका खुदावन गरीब मुल्क है प्रभु जी, रहम कर दे, दया कर दे। हुण सिर्फ तेरी दया दी जरूरत। हुण तो लैके असीं जद तक दोबारा मिलीए प्रभु जी, तेरा रहम साडे सब नाल बणिया रहे, तेरी दया साडे सब दे नाल बणी रहे। अपने प्यार दे विच प्रभु जी तू सानू बना के रखी, बुरे और बुराई तो सानू बचा के रखी। अपनी नजदीकी अपने हत्थां दी दाड़ दे विच प्रभु जी तू सानू बना के रखी। ये अग जो प्रभु जी स्वर्ग दी अग आ, इस दे नाल तू सानू साफ कर, इस दे नाल असीं सड़दे नहीं प्रभु जी, पर गंदगी सड़दी है। और फिर उस पवित्रता दे विच प्रभु जी तू वादा सानू इस यात्रा दे विच प्रभु जी अपने नाल चलना सिखा, इस विच वधना सिखा, ताकि साडा ध्यान उस घर वाल लगा रहे जिस दे लई असीं वखरे कीते। मैं अपने भैन भरावां दे लई तेरा आराम, तेरी दया, तेरी शांति, तेरी तंदुरुस्ती अपने लई और अपने भैन भरावां मसीह यसू दे मिठे प्यारे नाम विच सब कुछ मंगदे और सारे भैन भरा के आमीन। ब्लेस यू, खुदावन तुहानू बरकत दे, तुहाडे सारियां दे नाल बणिया रहे। कल नूं असीं तीसरे चैप्टर नूं पूरा करांगे। कल तीसरे चैप्टर च बहुत सारियां चीज़ां देखण वालियां, सो कल तीसरे चैप्टर नूं पूरा करांगे। खुदावन तुहानू बरकत दे और तुहाडे सब